ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਹੈ ਨਾ ਸਰਦਾਰ ਖੁਸ਼ਹਾਲ ਸਿੰਘ ਜੀ ਤੇ ਸਰਦਾਰ ਸੁਰੈਣ ਸਿੰਘ, ਇਹ ਦੋ ਸਗੇ ਭਰਾ ਹੋਏ ਆ। ਇਹ ਬਾਬਾ ਨੰਦ ਸੋਹਣਾ ਦੇ ਬੜੇ ਅਨੰਨ ਸੇਵਕ ਸੀਗੇ। ਜਦੋਂ ਸੰਤ ਬਾਬਾ ਨੰਦ ਸੋਹਣਾ ਨੇ ਹੜੱਪੇ ਸਿਮਰਨ ਸਾਧਨਾ ਕੀਤੀ ਸੀ ਉਹਨਾਂ ਟਾਈਮਾਂ ਦੇ ਵਿੱਚ, ਤੇ ਇਹਨਾਂ ਦੋਨਾਂ ਭਰਾਵਾਂ ਨੇ ਸਰਦਾਰ ਖੁਸ਼ਹਾਲ ਸਿੰਘ ਤੇ ਸੁਰੈਣ ਸਿੰਘ ਹੋਣਾ ਨੇ ਮਹਾਂਪੁਰਖਾਂ ਦੀ ਬੜੀ ਸੇਵਾ ਕੀਤੀ ਉਹਨਾਂ ਟਾਈਮ ਵਿੱਚ। ਉਸ ਤੋਂ ਬਾਅਦ ਫਿਰ ਜਦੋਂ ਮਹਾਂਪੁਰਖ ਨਾਨਕਸਰ ਕਲੇਰੀ ਆਏ ਸੀ ਬਾਬਾ ਨੰਦ ਸਿੰਘ, ਤੇ ਫਿਰ ਇਹ ਜਿਹੜਾ ਖੁਸ਼ਹਾਲ ਸਿੰਘ ਸੀਗਾ ਇਹਦਾ ਇੱਕ ਲੜਕਾ ਬਿਮਾਰ ਹੋਇਆ। ਜਦ ਬਿਮਾਰ ਹੋਇਆ ਇਹਨਾਂ ਨੇ ਇਲਾਜ ਬੜਾ ਕਰਾਇਆ, ਪਰ ਅਖੀਰ ਜਿਹੜੀ ਆਸ ਸੀਗੀ ਬੇਆਸ ਹੋ ਗਈ ਲੜਕੇ ਦੇ ਬਚਣ ਦੀ। ਤੇ ਇਹ ਫਿਰ ਸਰਦਾਰ ਖੁਸ਼ਹਾਲ ਸਿੰਘ ਨਾ ਬਾਬਾ ਨੰਦ ਸੋਹਣਾ ਦੇ ਪਾਸ ਆਇਆ। ਜਦ ਆਇਆ ਇਹਨਾਂ ਨੇ ਆਪਣੇ ਲੜਕੇ ਬਿਮਾਰ ਹੋਣ ਦੀ ਜਿਹੜੀ ਖਬਰ ਸੀ ਬਾਬਾ ਨੰਦ ਸੋਹਣਾ ਦੱਸੀ ਤੇ ਬੇਨਤੀ ਕੀਤੀ ਕਿ ਮਹਾਂਪੁਰਖ ਕਿਰਪਾ ਕਰੋ ਵੀ ਮੇਰਾ ਬੱਚਾ ਠੀਕ ਹੋ ਜਾਵੇ। ਜਦ ਇੰਨੀ ਗੱਲ ਹੋਈ ਆ ਤੇ ਦੇਖੋ ਬਾਬਾ ਨੰਦ ਸੋਹਣਾ ਦਾ ਸੰਤ ਮਹਾਂਪੁਰਖ ਬਾਬਾ ਹਰਨਾਮ ਸੋਹਣਾ ਦੇ ਟਾਈਮ ਇੱਕ ਨਿਯਮ ਕਾਨੂੰਨ ਸੀਗਾ ਕਿ ਜਦ ਤੱਕ ਬਾਬਾ ਮਹਾਰਨਾਮ ਸਿੰਘ ਜੀ ਸਰੀਰ 'ਚ ਰਹੇ ਨਾ, ਤਦ ਤੱਕ ਬਾਬਾ ਨੰਦ ਸੋਹਣਾ ਨੇ ਆਪਣੀ ਕੋਈ ਕਲਾ ਕੋਈ ਸ਼ਕਤੀ ਇਸ ਸੰਸਾਰ ਦੇ ਵਿੱਚ ਨਹੀਂ ਦਿਖਾਲੀ। ਅਗਰ ਕੋਈ ਵੀ ਪ੍ਰੇਮੀ ਆਉਂਦਾ ਸੀਗਾ, ਮਹਾਂਪੁਰਖਾਂ ਨੇ ਇੱਕ ਮਰਜ਼ਾਦਾ ਬਣਾ ਰੱਖੀ ਸੀਗੀ ਕਿ ਉਹਨੂੰ ਪੁੱਛੋ ਮਹਾਂਪੁਰਖ ਬਾਬਾ ਮਹਾਰਨਾਮ ਸੋਹਣਾ ਦੇ ਕੋਲ ਭੇਜ ਦੇਣਾ। ਇਹ ਜਿਹੜੀ ਕਿਰਿਆ ਸੀ, ਮਰਜ਼ਾਦਾ ਸੀਗੀ, ਬਾਬਾ ਨੰਦ ਸੋਹਣਾ ਨੇ ਬਾਬਾ ਮਹਾਰਨਾਮ ਸੋਹਣਾ ਦੇ ਜੀਵਨ ਤੱਕ ਇਸ ਤਰ੍ਹਾਂ ਨਿਭਾਈ ਆ। ਸੋ ਇਹ ਬਾਬਾ ਨੰਦ ਸੋਹਣਾ ਨੇ ਆਪਣੇ ਆਪ ਨੂੰ ਬਾਬਾ ਮਹਾਰਨਾਮ ਸੋਹਣਾ ਦੇ ਸਮੇਂ ਆਪਣੇ ਆਪ ਨੂੰ ਕਦੀ ਨਹੀਂ ਜਣਾਇਆ। ਸਮਾਂ ਕਿ ਬਾਬਾ ਨੰਦ ਸੋਹਣੀ ਬਾਬਾ ਮਹਾਰਨਾਮ ਸੋਹਣਾ ਦੀ ਆਗਿਆ 'ਚ ਰਹੇ ਆ। ਸੋ ਇਸ ਤਰ੍ਹਾਂ ਭਾਈ ਖੁਸ਼ਹਾਲ ਸਿੰਘ ਹੁਣਾਂ ਨੂੰ ਜਦੋਂ ਪੁੱਛੋ ਬਾਬਾ ਮਹਾਰਨਾਮ ਸੋਹਣਾ ਦੇ ਪਾਸ ਭੇਜ ਦਿੱਤਾ, ਤੇ ਜਦ ਖੁਸ਼ਹਾਲ ਸਿੰਘ ਇੱਥੇ ਆਇਆ ਤੇ ਇੱਥੇ ਪੁੱਛੋ ਜਦ ਮਹਾਂਪੁਰਖਾਂ ਦੀ ਮਰਜ਼ਾਦਾ ਦੇਖੀ, ਮਰਜ਼ਾਦਾ ਦੇਖ ਕੇ ਬੜਾ ਹੈਰਾਨ ਹੋਇਆ। ਤੇ ਹੈਰਾਨ ਹੋ ਕੇ ਮਨ ਵਿੱਚ ਇਹ ਸੋਚਿਆ ਕਿ ਮੈਂ ਕਿਤੇ ਗਲਤੀ ਦੇ ਨਾਲ ਤਾਂ ਨਹੀਂ ਆ ਗਿਆ ਹੈਗਾ, ਕਿਉਂਕਿ ਜਿਨ੍ਹਾਂ ਦੀ ਸਿਫਤ ਬਾਬਾ ਨੰਦ ਸੋਹਣੀ ਕਰਦੇ ਆ ਕਿ ਉਹ ਮੇਰੇ ਗੁਰੂ ਆ ਬਾਬਾ ਮਹਾਰਨਾਮ ਸੋਹਣੀ, ਤੇ ਕੀ ਵਾਕਿਆ ਹੀ ਇਹ ਉਹ ਆ ਜਾਂ ਕੋਈ ਹੋਰ ਹੈ। ਇਹ ਜਿਹੜੀਆਂ ਵਿਚਾਰਾਂ ਸੀਗੀਆਂ ਇਹ ਭਾਈ ਖੁਸ਼ਹਾਲ ਸਿੰਘ ਹੁਣਾਂ ਦੇ ਮਨ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਜਦ ਇਹ ਵਿਚਾਰਾਂ ਆਉਣੀਆਂ ਸ਼ੁਰੂ ਹੋ ਗਈਆਂ, ਉਸ ਟਾਈਮ ਬਾਬਾ ਮਹਾਰਨਾਮ ਸੋਹਣਾ ਨੇ ਉਹ ਭਾਈ ਕੇਸਰ ਸਿੰਘ ਹੋਇਆ, ਉਹ ਮਹਾਂਪੁਰਖਾਂ ਦੇ ਬੜੀ ਕਰੀਬੀ ਸਤਸੰਗੀ, ਉਹ ਵੀ ਬੜੇ ਭਜਨੀਕ ਮਹਾਂਪੁਰਖ, ਇਹਨਾਂ ਦੇ ਪਾਸ ਸੇਵਾ ਕਰਦੇ ਹੁੰਦੇ ਸੀ। ਬਾਬਾ ਮਹਾਰਨਾਮ ਸੋਹਣਾ ਨੇ ਭਾਈ ਕੇਸਰ ਸਿੰਘ ਉਹਨਾਂ ਨੂੰ ਆਵਾਜ਼ ਮਾਰੀ, ਕਹਿੰਦੇ ਕੇਸਰ ਸਿੰਘ ਵੀ ਇੱਕ ਹੈ ਨਾ ਸਰਦਾਰ ਮਾਝੇ ਤੋਂ ਆਇਆ ਹੈਗਾ ਤੇ ਕਲੇਰਾਂ ਵਾਲੇ ਰਿਖੀਆਂ ਨੇ ਸਾਡੇ ਪਾਸ ਭੇਜਿਆ ਹੈਗਾ, ਤੇ ਕਹਿੰਦੇ ਵੀ ਤੂੰ ਇੱਦਾਂ ਕਰ, ਉਸ ਦੇ ਪਿੰਡ ਜਾ, ਉਸ ਦੇ ਪਿੰਡ ਜਾ ਕੇ ਉਹਦਾ ਜਿਹੜਾ ਲੜਕਾ ਬਿਮਾਰ ਹੈ ਉਸ ਦਾ ਹਾਲ ਚਾਲ ਪੁੱਛ ਕੇ ਆ ਕਿ ਉਹ ਕਿਹੋ ਜਿਹਾ ਹੈਗਾ। ਤੇ ਨਾਲ ਹੀ ਫਿਰ ਬਾਬਾ ਮਹਾਰਨਾਮ ਸੋਹਣਾ ਨੇ ਕਹਿ ਤਾ, ਕਹਿੰਦੇ ਵੀ ਭਾਈ ਜਲਦੀ ਕਰ, ਨਹੀਂ ਤਾਂ ਇਹ ਜਿਹੜਾ ਬੰਦਾ ਬਾਬਾ ਨੰਦ ਸੋਹਣਾ ਨੇ ਭੇਜਿਆ ਹੈਗਾ ਇਹ ਤਾਂ ਇੱਥੋਂ ਭੱਜਣ ਨੂੰ ਕਰਦਾ ਹੈਗਾ। ਇਹ ਵੀ ਜਦ ਬਚਨ ਬਾਬਾ ਮਹਾਰਨਾਮ ਸੋਹਣਾ ਨੇ ਕਹਿਤੇ ਤਾਂ ਭਾਈ ਲਛਮਣ ਸਿੰਘ ਜਿਹੜੇ ਸੀਗੇ ਉਹ ਬੜੇ ਹੈਰਾਨ ਹੋਏ ਕਿ ਵਾਕਿਆ ਗੱਲ ਤਾਂ ਇਸ ਤਰ੍ਹਾਂ ਹੈਗੀ ਆ। ਮੈਂ ਤਾਂ ਸ਼ਸ਼ੂ ਪੰਚ ਪਿਆ ਹੋਇਆ ਕਿ ਬਾਬਾ ਨੰਦ ਸੋਹਣੀ ਜਿਹਨਾਂ ਦੀ ਸੇਵਾ ਕਰਦੇ ਸੀਗੇ ਇਹ ਮਹਾਂਪੁਰਖ ਉਹੀ ਆ ਜਾਂ ਮੇਰਾ ਭੁਲੇਖਾ ਪੈਂਦਾ ਹੈਗਾ। ਪਰ ਜਦ ਇਹ ਗੱਲ ਵਿਚਾਰ ਸੋਚਦੇ ਸੀ ਭਾਈ ਲਛਮਣ ਸਿੰਘ ਹੋਣੀ, ਤੇ ਭਾਈ ਕੇਸਰ ਸਿੰਘ ਹੁਣਾਂ ਨੇ 7 ਵਚਨ ਗਿਆ। 7 ਵਚਨ ਕਰਕੇ ਤੇ ਰਜਾਈ ਲੈ ਕੇ ਜਦੋਂ ਲੰਮੇ ਪੈ ਗਏ, ਲੰਮੇ ਪਏ ਆ, ਤੇ ਫਿਰ ਭਾਈ ਲਛਮਣ ਸੋਹਣੇ ਦੇ ਮਨ 'ਚ ਫਿਰ ਵਿਚਾਰ ਆਈ ਕਿ ਮੈਂ ਕਿਤੇ ਕਿਸੇ ਹੋਰ ਪਾਸੇ ਗਲਤ ਪਾਸੇ ਤਾਂ ਨਹੀਂ ਆ ਗਿਆ ਹੈਗਾ, ਕਿਸੇ ਸਿਆਣੇ ਬੰਦਿਆਂ ਦੇ ਵਿੱਚ ਤਾਂ ਨਹੀਂ ਫਸ ਗਿਆ ਹੈਗਾ। ਇਹ ਹਜੇ ਸੋਚ ਹੀ ਰਹੇ ਸੀ ਤਾਂ ਫਿਰ ਭਾਈ ਕੇਸਰ ਸਿੰਘ ਹੁਣਾਂ ਨੇ 1 ਘੰਟੇ ਬਾਅਦ ਜਦ ਉਹ ਆਪਣੇ ਮੰਜੇ ਤੋਂ ਉੱਠ ਕੇ ਬਾਬਾ ਮਹਾਰਨਾਮ ਸੋਹਣਾ ਨੇ ਕਹਿ ਤਾ, ਕਹਿੰਦੇ ਜੀ ਮੈਂ ਇਹਨਾਂ ਦੇ ਪਿੰਡ ਜਾਇਆ ਅਤੇ ਮੈਂ ਸਾਰਾ ਹਾਲ ਚਾਲ ਜਿਹੜਾ ਹੈ ਨਾ ਉਹ ਪੁੱਛ ਆਇਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਮਹਾਰਨਾਮ ਸੋਹਣਾ ਹੱਸ ਕੇ ਕਹਿਣ ਲੱਗੇ, ਕਹਿੰਦੇ ਵੀ ਭਾਈ ਜਿਹੜਾ ਉਹ ਹਾਲ ਚਾਲ ਤੂੰ ਇਹਨਾਂ ਦੇ ਪਿੰਡ ਪੁੱਛਿਆ ਹੈਗਾ ਉਹ ਦੱਸ ਕੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਕੇਸਰ ਸਿੰਘ ਹੁਣਾਂ ਨੇ ਦੱਸਿਆ ਕਿ ਇਹ ਜਿਹੜੇ ਸਰਦਾਰ ਮਾਝੋ ਤੋਂ ਆਏ ਭਾਈ ਲਛਮਣ ਸਿੰਘ, ਇਹਨਾਂ ਦੇ ਘਰ ਦਾ ਦਰਵਾਜ਼ਾ ਪੱਛਮ ਵਾਲੇ ਪਾਸੇ ਹੈ ਜਿੱਧਰ ਸੂਰਜ ਛਿਪਦਾ ਹੈਗਾ। ਉਸ ਤੋਂ ਬਾਅਦ ਫਿਰ ਉਹਨੇ ਦੱਸਿਆ ਕਿ ਖੱਬੇ ਪਾਸੇ ਦਰਵਾਜ਼ੇ ਤੋਂ ਲੰਘਦੇ ਸਾਰੀ ਇਹਨਾਂ ਦੀਆਂ ਘਰ ਦੇ ਵਿੱਚ ਕਣਕ ਦੀਆਂ ਬੋਰੀਆਂ ਪਈਆਂ। ਤੀਸਰਾ ਉਹਨੇ ਦੱਸਿਆ ਸੀਗਾ ਕਿ ਅੰਦਰ ਜਿਹੜਾ ਦਲਾਨ ਹੈ, ਦਲਾਨ ਦੇ ਵਿਚਕਾਰ ਪਾਣੀ ਦਾ ਨਾਲਾ ਹੈਗਾ, ਅਤੇ ਨਾਲੇ ਦੇ ਕੋਲ ਇਹਨਾਂ ਦਾ ਲੜਕਾ ਉਹ ਖੇਡ ਰਿਹਾ ਹੈਗਾ, ਹੱਥ ਦੇ ਵਿੱਚ ਸੋਨੇ ਦੇ ਕੰਗਣ ਪਾਏ ਆ, ਸਿਰ ਗੁੰਦਿਆ ਹੋਇਆ। ਅਤੇ ਇਸ ਤਰ੍ਹਾਂ ਜਾਂ ਸਾਰੀਆਂ ਨਿਸ਼ਾਨੀਆਂ ਦੱਸੀਆਂ। ਅਤੇ ਫਿਰ ਜਿਹੜੇ ਸੀ ਭਾਈ ਲਛਮਣ ਸਿੰਘ ਹੈਰਾਨ ਹੋ ਗਏ ਵੀ ਮੈਂ ਤਾਂ ਆਪਣੇ ਘਰ ਦੀ ਕੋਈ ਗੱਲ ਨਹੀਂ ਕੀਤੀ,
ਲੇਕਿਨ ਬਾਬਾ ਮਹਾਰਨਾਮ ਸੁਣਾ ਤਾਂ ਇੱਕ ਪਾਸੇ ਇਹਨਾਂ ਦੇ ਸੇਵਕ ਭਾਈ ਕੇਸਰ ਸਿੰਘ ਉਹਨਾਂ ਨੇ ਸਾਰਾ ਹੀ ਘਰ ਦਾ ਜਿਹੜਾ ਹੁਰੀਆ ਸੀਗਾ ਪਤਾ ਟਿਕਾਣਾ ਹਰੇਕ ਚੀਜ਼ ਦੱਸ ਦਿੱਤੀ ਹੈ ਕਿ ਇੱਥੇ ਆਹ ਚੀਜ਼ ਪਈ, ਇੱਥੇ ਆਹ ਚੀਜ਼ ਪਈ ਆ। ਫਿਰ ਬਾਬਾ ਮਹਾਰਨਾਮ ਸੁਣਾ ਨੇ ਭਾਈ ਖੁਸ਼ਹਾਲ ਸਿੰਘ ਦੇ ਮਨ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਫਿਰ ਕੇਸਰ ਸਿੰਘ ਨੂੰ ਪੁੱਛਿਆ ਕਿ ਤੂੰ ਉੱਥੇ ਘਰ ਹੀ ਦੇਖਿਆ ਜਾਂ ਕਿਸੇ ਨੇ ਗੱਲਬਾਤ ਵੀ ਕੀਤੀ ਆ। ਅਤੇ ਫਿਰ ਭਾਈ ਕੇਸਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਮੈਂ ਖੁਸ਼ਹਾਲ ਸਿੰਘ ਦੀ ਧਰਮ ਪਤਨੀ ਦੇ ਨਾਲ ਗੱਲਬਾਤ ਕੀਤੀ ਆ ਅਤੇ ਮੈਂ ਸਾਰਾ ਉਹਨਾਂ ਨੂੰ ਦੱਸ ਦਿੱਤਾ ਹੈਗਾ ਕਿ ਤੁਸੀਂ ਕੋਈ ਫਿਕਰ ਨਹੀਂ ਕਰਨਾ, ਬੱਚਾ ਜਿਹੜਾ ਨਾ ਬਿਲਕੁਲ ਠੀਕ ਹੋ ਜਾਊਗਾ। ਜਦ ਕਹਿੰਦੇ ਇਹ ਗੱਲਬਾਤ ਹੋਈ ਸੀ ਤਾਂ ਭਾਈ ਖੁਸ਼ਹਾਲ ਸਿੰਘ ਹੁਣੇ ਜਿਹੜੇ ਸੀਗੇ ਉਹ ਦੇਖਦੇ ਹੀ ਰਹਿ ਗਏ। ਅਤੇ ਫਿਰ ਬਾਬਾ ਮਹਾਰਨਾਮ ਸੁਣਾ ਨੇ ਭਾਈ ਖੁਸ਼ਹਾਲ ਸਿੰਘ ਨੂੰ ਕਹਿ ਤਾ, ਕਹਿੰਦੇ ਦੇਖ ਭਾਈ, ਇਹ ਭਾਈ ਕੇਸਰ ਸਿੰਘ ਤੇਰੇ ਪਿੰਡ ਜਾਏ ਆ ਅਤੇ ਤੂੰ ਹੁਣ ਟਾਈਮ ਵੀ ਨੋਟ ਕਰ ਲਾ, ਇਹਨਾਂ ਦੇ ਕੱਪੜੇ ਵੀ ਦੇਖ ਲੈ ਕਿ ਕਿਹੜੇ ਕੱਪੜਿਆਂ 'ਚ ਗਏ ਆ, ਇਹਨਾਂ ਦਾ ਚਿੰਨ੍ਹ ਚੱਕਰ ਵੀ ਦੇਖ ਲੈ, ਅਤੇ ਕੱਲ੍ਹ ਜਾ ਕੇ ਆਪਣੇ ਮਨ ਦੀ ਤਸੱਲੀ ਕਰ ਲਈ। ਹੁਣ ਤੂੰ ਰਾਤ ਸਾਡੇ ਪਾਸ ਰਹਿ। ਫਿਰ ਦੇਖੋ ਭਾਈ ਖੁਸ਼ਹਾਲ ਸਿੰਘ ਜੀ ਇੱਕ ਰਾਤ ਮਹਾਂਪੁਰਖਾਂ ਦੇ ਪਾਸ ਰਹੇ ਆ। ਮਹਾਂਪੁਰਖਾਂ ਨੇ ਭਾਈ ਖੁਸ਼ਹਾਲ ਸਿੰਘ ਉਹਨਾਂ ਦਾ ਨਾਮ, ਪਤਾ, ਗੋਤ, ਨਾਨਕੇ, ਦਾਦਕੇ ਸਾਰਾ ਐਡਰੈਸ ਲਿਖ ਲਿਆ। ਜਦੋਂ ਫਿਰ ਭਾਈ ਖੁਸ਼ਹਾਲ ਸਿੰਘ ਸਵੇਰੇ ਆਪਣੇ ਪਿੰਡ ਗਏ ਆ, ਪਿੰਡ ਜਾ ਕੇ ਜਦ ਸਾਰੀ ਗੱਲਬਾਤ ਆਪਣੇ ਘਰਦਿਆਂ ਤੋਂ ਸੁਣੀ, ਹੈਰਾਨ ਲੱਗੇ ਕਿ ਉਹੀ ਟਾਈਮ ਆ, ਉਹੀ ਭਾਈ ਕੇਸਰ ਸਿੰਘ ਹੈ ਜਿਹੜੇ ਉੱਥੇ ਲੰਮੇ ਪਏ ਸੀ, ਲੇਕਿਨ ਘਰ ਕਿਵੇਂ ਪਹੁੰਚੇ, ਬੜੀ ਅਜੀਬੋ ਗਰੀਬ ਖੇਡ ਹੈਗੀ ਆ। ਅਖੀਰ ਫਿਰ ਜਿਹੜੇ ਸੀਗੇ ਨਾ ਭਾਈ ਖੁਸ਼ਹਾਲ ਸਿੰਘ ਜਿਹੜੇ ਸੀ ਬਾਬਾ ਨੰਦ ਸੋਹਣਾ ਦੇ ਦਰਸ਼ਨ ਕਰਨ ਆਏ। ਉਹਨਾਂ ਨੇ ਇਹ ਸਾਰੀ ਘਟਨਾ ਬਾਬਾ ਨੰਦ ਸੋਹਣਾ ਨਾਲ ਸਾਂਝੀ ਕੀਤੀ। ਜਦ ਸਾਂਝੀ ਕੀਤੀ ਤਾਂ ਫਿਰ ਬਾਬਾ ਨੰਦ ਸੋਹਣੇ ਸੁਣ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਕਹਿੰਦੇ ਭਾਈ ਕੋਈ ਵੀ ਕੰਮ ਜਿਹੜਾ ਨਾ ਮਹਾਂਪੁਰਖਾਂ ਦੇ ਵਾਸਤੇ ਉਹ ਮੁਸ਼ਕਿਲ ਨਹੀਂ ਹੁੰਦਾ, ਕਿਉਂਕਿ ਉਹ ਅੱਖ ਦੇ ਫੋਰ 'ਤੇ ਜਿੱਥੇ ਚਾਹਣ, ਜਿੱਥੇ ਜਾਣ ਉਹ ਜਾ ਸਕਦੇ, ਜੋ ਕੰਮ ਚਾਹੁਣ ਉਹ ਕਰ ਸਕਦੇ ਆ। ਅਤੇ ਮਹਾਂਪੁਰਖਾਂ ਦੀ ਤਾਂ ਦਰਗਾਹ ਦੇ ਵਿੱਚ ਵੀ ਚੱਲਦੀ ਆ। ਜਦੋਂ ਇਹ ਤੱਕ ਬਾਬਾ ਨੰਦ ਸੋਹਣੇ ਭਾਈ ਖੁਸ਼ਹਾਲ ਸੋਹਣਾ ਨੇ ਕਹੇ ਸੀ ਤਾਂ ਫਿਰ ਭਾਈ ਖੁਸ਼ਹਾਲ ਸਿੰਘ ਜਿਹੜੇ ਸੀਗੇ ਉਹ ਮਹਾਂਪੁਰਖਾਂ ਦੇ ਇਹ ਸਾਰੇ ਬਚਨ ਸੁਣ ਕੇ ਪ੍ਰਸੰਨ ਚਿੱਤ ਮੁਦਰਾ ਦੇ ਵਿੱਚ ਚੁੱਪ ਕਰ ਗਏ ਸੀ। ਇਸੇ ਤਰ੍ਹਾਂ ਨਾ ਇੱਕ ਭਾਈ ਨਰੈਣ ਦਾਸ ਹੋਇਆ। ਇਹ ਚੂਨੀਆਂ ਸ਼ਹਿਰ ਉਹ ਜਿਹੜਾ ਅੱਜ ਕੱਲ੍ਹ ਪਾਕਿਸਤਾਨ 'ਚ ਉੱਥੇ ਰਹਿਣ ਵਾਲੇ ਸੀਗੇ। ਅਤੇ ਭਾਈ ਨਰੈਣ ਦਾਸ ਜਿਹੜੇ ਸੀ ਇਹ ਤਾਂਗਾ ਚਲਾਉਂਦੇ ਹੁੰਦੇ ਸੀ। ਦੂਸਰਾ ਭਾਈ ਨਰੈਣ ਦਾਸ ਹੁਣ ਜਿਹੜੇ ਸੀ ਬੜੇ ਨੇਕ ਨੀਅਤ ਸੁਭਾਅ ਦੇ ਸੀਗੇ, ਧਰਮੀ ਪੁਰਸ਼ ਸੀਗੇ, ਸੱਚੀ ਕਿਰਤ ਕਰਦੇ ਹੁੰਦੇ ਸੀ। ਇਸ ਕਰਕੇ ਜ਼ਿਆਦਾਤਰ ਲੋਕ ਇਹਨਾਂ ਨੂੰ ਨਰੈਣ ਭਗਤ ਵੀ ਆਖ ਦਿੰਦੇ ਹੁੰਦੇ ਸੀ। ਇੱਕ ਦਿਨ ਭਾਈ ਨਰੈਣ ਸਿੰਘ ਉਹਨਾਂ ਦੇ ਮਨ ਦੇ ਵਿੱਚ ਇਹ ਫੁਰਨਾ ਆਇਆ ਵੀ ਭਾਈ ਮੈਂ ਤੁਹਾਨੂੰ ਪੜ੍ਹਿਆ ਲਿਖਿਆ ਨਹੀਂ ਆ, ਮੈਂ ਗੁਰਬਾਣੀ ਪੜ੍ਹ ਨਹੀਂ ਸਕਦਾ, ਨਾਮ ਜਪ ਨਹੀਂ ਸਕਦਾ। ਇਸ ਕਰਕੇ ਬਾਬਾ ਨੰਦ ਸੋਹਣਾ ਦੀ ਜੇ ਅਗਰ ਕੋਈ ਮੈਨੂੰ ਸੇਵਾ ਮਿਲ ਜਾਵੇ ਤਾਂ ਫਿਰ ਬਹੁਤ ਚੰਗੀ ਗੱਲ ਹੈ। ਇਹ ਸੋਚ ਕੇ ਨਾ ਭਾਈ ਨਰੈਣ ਸਿੰਘ ਹੁਣੇ ਬਾਬਾ ਨੰਦ ਸੋਹਣਾ ਦੇ ਉਹਨਾਂ ਸਮਿਆਂ ਦੇ ਵਿੱਚ ਜਦ ਦਰਸ਼ਨ ਕਰਨ ਗਏ ਅਤੇ ਇਹਨਾਂ ਨੇ ਮੌਕਾ ਦੇ ਕੇ ਬਾਬਾ ਨੰਦ ਸੋਹਣਾ ਦੇ ਅੱਗੇ ਬੇਨਤੀ ਕਰ ਦਿੱਤੀ, ਜੇ ਤੁਸੀਂ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸੋਹਣਾ ਨੇ ਭਾਈ ਨਰੈਣ ਸੋਹਣਾ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ, ਕਹਿੰਦੇ ਦੇਖ ਭਾਈ ਨਰੈਣ ਭਗਤ, ਸੇਵਾ ਕਰਨੀ ਜਿਹੜੀ ਹੈ ਬੜੀ ਮੁਸ਼ੱਕਤ ਕਾਲ, ਬੜੀ ਔਖੀ ਗੱਲ ਹੈ ਜੀ। ਇਹ ਕਹਿ ਕੇ ਤਾਂ ਭਾਈ ਨਰੈਣ ਦਾਸ ਜੀ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਤੁਸੀਂ ਇੱਕ ਵਾਰੀ ਮੈਨੂੰ ਸੇਵਾ ਦੇ ਦਿਓ, ਬਸ ਮੈਂ ਆਪਦੇ ਕੋਸ਼ਿਸ਼ ਕਰਾਂਗਾ ਕਿ ਮੈਂ ਆਪਦੀ ਸੇਵਾ ਦੇ ਵਿੱਚ ਖਰਾ ਉਤਰ ਸਕਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਹੁਣ ਨਹੀਂ ਤੂੰ ਫੇਰ ਆਈ। ਫਿਰ ਭਾਈ ਨਰੈਣ ਦਾਸ ਜੀ ਜਦ ਦੁਬਾਰਾ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਗਏ ਆ ਅਤੇ ਫਿਰ ਬਾਬਾ ਨੰਦ ਸੋਹਣਾ ਨੇ ਕਿਹਾ, ਕਹਿੰਦੇ ਦੇਖ ਭਾਈ ਹੁਣ ਤੈਨੂੰ ਅਸੀਂ ਸੇਵਾ ਦੱਸਦੇ ਹਾਂ। ਸੇਵਾ ਤੇਰੀ ਇਹ ਹੈਗੀ ਆ ਕਿ ਤੂੰ ਤਾਂਗਾ ਚਲਾਉਣ ਦਾ ਕੰਮ ਕਰਦਾ, ਪਰ ਇੱਕ ਚੀਜ਼ ਦਾ ਖਿਆਲ ਰੱਖੀ, ਅੱਜ ਜਦੋਂ ਤੂੰ ਘਰ ਜਾਣਾ ਤੂੰ ਕੇਵਲ ਅਤੇ ਕੇਵਲ ਅੱਜ ਤਾਂਗੇ 'ਤੇ ਗੁਰਸਿੱਖ ਸਵਾਰੀ ਨੂੰ ਹੀ ਬਿਠਾਉਣਾ ਹੈਗਾ। ਜਦ ਗੁਰਸਿੱਖ ਸਵਾਰੀ ਬੈਠੂਗੀ ਉਸ ਸਵਾਰੀ ਤੋਂ ਪੂਰਾ ਕਿਰਾਇਆ ਨਹੀਂ ਲੈਣਾ, ਬਹੁਤ ਘੱਟ ਕਿਰਾਇਆ ਲੈਣਾ। ਫਿਰ ਜਦੋਂ ਤੂੰ ਉਹ ਕਿਰਾਇਆ ਲਊਂਗਾ ਉਸ ਕਿਰਾਏ ਦਾ ਫਿਰ ਤੈਂ ਕਣਕ ਖਰੀਦਣੀ, ਅੰਨ ਖਰੀਦਣਾ, ਪਰ ਖਰੀਦਣਾ ਇੱਕ ਐਸੇ ਜ਼ਿਮੀਂਦਾਰ ਤੋਂ ਆ ਜਿਸ ਜ਼ਿਮੀਂਦਾਰ ਨੇ ਕਿਸੇ ਦਾ ਪਾਣੀ ਚੋਰੀ ਕਰਕੇ ਆਪਣੇ ਖੇਤਾਂ 'ਚ ਨਾ ਲਾਇਆ ਹੋਵੇ। ਦੂਸਰਾ ਉਸ ਜ਼ਿਮੀਂਦਾਰ ਨੇ ਆਪਣਾ ਜਿਹੜਾ ਅੰਨ ਵਾ ਖੇਤਾਂ ਦਾ ਉਹਦੇ ਵਿੱਚ ਕਿਸੇ ਦੂਸਰੇ ਦੇ ਖੇਤ ਦਾ ਇੱਕ ਵੀ ਦਾਣਾ ਨਾ ਰਲਾਇਆ ਹੋਵੇ। ਸੋ ਅੰਨ ਜਿਹੜਾ ਕਣਕ ਆ ਉੱਥੋਂ ਲੈਣੀ ਆ। ਅਤੇ ਫਿਰ ਕਹਿੰਦੇ ਵੀ ਤੈਂ ਧੰਨ ਗੁਰੂ ਨਾਨਕ ਦਾ ਜਪ ਕਰਦੇ ਹੋਏ ਫਿਰ ਉਹ ਕਣਕ ਪਾਣੀ 'ਚ ਧੋਣੀ ਆ, ਧੋ ਕੇ ਫਿਰ ਉਹ ਚੱਕੀ 'ਚ ਪੀਣੀ, ਉਹਦਾ ਆਟਾ ਬਣਾਉਣਾ। ਉਸ ਤੋਂ ਬਾਅਦ ਸਾਡੇ ਵਾਸਤੇ ਇੱਕ ਤੋਲਾ ਪ੍ਰਸ਼ਾਦਾ ਇਹ ਤਿਆਰ ਕਰਕੇ ਲੈ ਕੇ ਆਉਣਾ। ਜਦ ਇਹ ਸਾਰਾ ਜਿਹੜਾ ਸੀ ਬਚਨ ਸੇਵਾ ਦਾ ਬਾਬਾ ਨੰਦ ਸੋਹਣਾ ਨੇ ਭਗਤ ਨਰੈਣ ਦਾਸ ਜੀ ਨੂੰ ਦੱਸਿਆ ਅਤੇ ਇਹਨਾਂ ਨੇ ਫਿਰ 7 ਵਚਨ ਆਖ ਦਿੱਤਾ। ਜਦ ਆਖ ਦਿੱਤਾ ਉਹਨਾਂ ਟਾਈਮਾਂ ਦੇ ਵਿੱਚ ਭਾਈ ਨਰੈਣ ਸਿੰਘ ਕੋ ਇੱਕ ਤਾਂਗਾ ਸੀਗਾ, 2 ਘੋੜੇ ਹੁੰਦੇ ਸੀਗੇ। ਤਾਂ ਇਹ ਘੋੜੇ ਜਿਹੜੇ ਸੀਗੇ ਇੱਕ ਸਵੇਰੇ ਜੋੜਦੇ ਹੁੰਦੇ ਸੀ ਘੋੜਾ, ਜਾਂ ਸਵੇਰ ਦਾ ਘੋੜਾ ਜੋੜਨਾ ਉਹਨੂੰ ਦੁਪਹਿਰ ਨੂੰ ਛੱਡ ਦੇਣਾ ਅਤੇ ਫਿਰ ਦੂਸਰਾ ਘੋੜਾ ਸ਼ਾਮ ਨੂੰ ਜੋੜਨਾ। ਇਸ ਤਰ੍ਹਾਂ 2 ਘੋੜੇ ਅਦਲਾ ਬਦਲੀ ਕਰਕੇ ਭਾਈ ਨਰੈਣ ਸਿੰਘ ਜੋੜਦੇ ਹੁੰਦੇ ਸੀ। ਉਦਣ ਜਦ ਇਹ ਸਵੇਰੇ ਘੋੜਾ ਜੋੜ ਕੇ ਅੱਡੇ ਦੇ ਉੱਤੇ ਪਹੁੰਚੇ ਆ ਅਤੇ ਉੱਥੇ ਜਦ ਸਵਾਰੀਆਂ ਲੈਣ ਗਏ ਆ ਅਤੇ ਇਹਨੇ ਕੀ ਦੇਖਿਆ ਕਿ ਜਿੰਨੀਆਂ ਵੀ ਸਵਾਰੀਆਂ ਇਹਨਾਂ ਪਾਸ ਆਈਆਂ ਉਹਨਾਂ ਵਿੱਚ ਕੋਈ ਗੁਰਸਿੱਖ ਨਹੀਂ ਸੀ।
ਪਰ ਕਿਉਂਕਿ ਉਹਨਾਂ ਸਵਾਰੀਆਂ ਨੇ ਜ਼ਰੂਰੀ ਲੈਣ ਜਾਣਾ ਸੀਗਾ ਤਾਂ ਭਾਈ ਨਰੈਣ ਸਿੰਘ ਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਤਾਂਗੇ 'ਤੇ ਬਿਠਾ ਲਓ। ਪਰ ਭਾਈ ਨਰੈਣ ਸਿੰਘ ਕਹਿੰਦੇ ਕਿ ਮੈਂ ਕੇਵਲ ਅਤੇ ਕੇਵਲ ਅੱਜ ਜਿਹੜੇ ਗੁਰਸਿੱਖ ਵਾਹਰਾ ਗੁਰੂ ਨਾਨਕ ਦੇ ਪਿਆਰੇ ਹੋਣਗੇ ਮੈਂ ਉਹਨਾਂ ਨੂੰ ਤਾਂਗੇ 'ਚ ਬਿਠਾਉਣਾ, ਦੂਸਰੀ ਸਵਾਰੀ ਤਾਂਗੇ 'ਚ ਨਹੀਂ ਬਿਠਾਉਣੀ। ਪਰ ਉਹ ਜਿਹੜੀਆਂ ਸਵਾਰੀਆਂ ਸੀ ਨਾ ਵੱਧ ਪੈਸੇ ਦੇਣ ਲਈ ਤਿਆਰ ਸੀ। ਪਰ ਭਾਈ ਨਰੈਣ ਸਿੰਘ ਕਹਿੰਦੇ ਕਿ ਮੈਂ ਕੇਵਲ ਅਤੇ ਕੇਵਲ ਗੁਰਸਿੱਖ ਹੀ ਜੋ ਪਿਆਰੇ ਆ ਰੱਬ ਦੇ ਉਹਨਾਂ ਨੂੰ ਆਪਣੇ ਤਾਂਗੇ 'ਚ ਬਿਠਾਉਣਾ, ਦੂਸਰੀ ਸਵਾਰੀ ਅੱਜ ਮੈਂ ਬਿਠਾਉਣੀ ਹੈ। ਫਿਰ ਉਹ ਸਵਾਰੀਆਂ ਨੂੰ ਪੁੱਛਿਆ ਵੀ ਅੱਗੇ ਤਾਂ ਤੁਸੀਂ ਰੋਜ਼ ਦੂਸਰੀਆਂ ਸਵਾਰੀਆਂ ਲੈ ਕੇ ਜਾਂਦੇ ਆ, ਅੱਜ ਗੱਲ ਕੀ ਆ? ਫਿਰ ਭਾਈ ਨਰੈਣ ਦਾਸ ਜੀ ਨੇ ਦੱਸਿਆ ਸੀਗਾ, ਕਹਿੰਦੇ ਭਾਈ ਮੇਰੇ ਗੁਰੂ ਦਾ ਹੁਕਮ ਹੈਗਾ, ਜੋ ਹੁਕਮ ਹੈਗਾ ਮੈਂ ਉਹੀ ਕਰਨਾ ਹੈ। ਦੇਖੋ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਉੱਥੇ ਖੜੇ ਰਹੇ ਪਰ ਕੋਈ ਵੀ ਗੁਰਸਿੱਖ ਜਿਹੜਾ ਸੀਗਾ ਉਹ ਤਾਂਗੇ ਦੀ ਸਵਾਰੀ ਕਰ ਨਹੀਂ ਪਹੁੰਚਿਆ। ਫਿਰ ਭਾਈ ਨਰੈਣ ਦਾਸ ਖਾਲੀ ਆਪਣੇ ਘਰ ਪਹੁੰਚੇ, ਉੱਥੋਂ ਦੂਸਰਾ ਘੋੜਾ ਬਦਲਿਆ, ਫਿਰ ਦੁਬਾਰਾ ਸਟੇਸ਼ਨ 'ਤੇ ਗਏ, ਫਿਰ ਇੰਤਜ਼ਾਰ ਕਰਦੇ ਰਹੇ ਪਰ ਦੂਸਰੀਆਂ ਸਵਾਰੀਆਂ ਤੋਂ ਬਗੈਰ ਕੋਈ ਗੁਰਸਿੱਖ ਨਹੀਂ ਮਿਲਿਆ। ਅਖੀਰ ਸੂਰਜ ਛਿਪਣ ਦਾ ਟਾਈਮ ਹੋਇਆ। ਜਦ ਸੂਰਜ ਛਿਪਣ ਲੱਗਾ ਅਤੇ ਜਦ ਹਨੇਰਾ ਹੋਣਾ ਸ਼ੁਰੂ ਹੋਏਗਾ ਤਾਂ ਫਿਰ 4 ਗੁਰਸਿੱਖ ਭਾਈ ਨਰੈਣ ਦਾਸ ਜੀ ਦੇ ਕੋਲ ਪਹੁੰਚੇ। ਉਹਨਾਂ ਨੂੰ ਆਖਿਆ ਕਿ ਅਸੀਂ ਬਾਬਾ ਨੰਦ ਸਿੰਘ ਹੁਣਾਂ ਦੇ ਜਿੱਧਰ ਬੰਦਗੀ ਵਾਲਾ ਸਥਾਨ ਆ ਉਹ ਉੱਥੇ ਜਾਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਨਰੈਣ ਦਾਸ ਜੀ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਤੇ ਮਨ 'ਚ ਸੋਚਿਆ ਵੀ ਚਲੋ ਇਹ ਸਵਾਰੀਆਂ ਤਾਂ ਮੈਨੂੰ ਮਿਲ ਗਈਆਂ, 4 ਗੁਰਸਿੱਖ ਜਿਹੜੇ ਆ ਬੜੇ ਖੂਬਸੂਰਤ ਆ ਅਤੇ ਚਿਹਰੇ ਬੜੇ ਇਹਨਾਂ ਦੇ ਦਗ ਦਗ ਕਰਦੇ ਆ ਅਤੇ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਜ਼ਰੂਰ ਇਹਨਾਂ ਨੂੰ ਇਹਨਾਂ ਦੇ ਟਿਕਾਣੇ ਪਹੁੰਚਾ ਦੂੰਗਾ। ਫਿਰ ਦੇਖੋ 4 ਗੁਰਸਿੱਖ ਤਾਂਗੇ 'ਚ ਸਵਾਰ ਹੋ ਗਏ। ਭਾਈ ਸਾਹਿਬ ਹੁਣਾਂ ਨੇ ਜਦ ਤਾਂਗਾ ਤੋਰਿਆ ਉਸ ਅਸਥਾਨ 'ਤੇ ਜਿੱਥੇ ਉਹਨੇ ਉਤਰਨਾ ਸੀਗਾ, ਜਦ ਤਾਂਗਾ ਤਾਰਿਆ ਉਹ 4 ਗੁਰਸਿੱਖਾਂ ਨੇ ਭਾਈ ਸਾਹਿਬ ਨੂੰ ਵੱਡੇ ਨੋਟ ਕੱਢ ਕੇ ਦਿੱਤੇ, ਕਈ ਗੁਣਾ ਵੱਧ ਕਿਰਾਇਆ ਦੇਣ ਦੀ ਪੇਸ਼ਕਸ਼ ਕੀਤੀ। ਪਰ ਭਾਈ ਨਰੈਣ ਦਾਸ ਹੁਣਾਂ ਨੇ ਇੱਕ ਵੀ ਪੈਸਾ ਫਾਲਤੂ ਨਹੀਂ ਲਿਆ। ਜਿੰਨੇ ਵੀ ਪੈਸੇ ਉੱਥੇ ਦੇ ਬਣਦੇ ਸੀ ਉਹਦੇ ਨਾਲੋਂ ਘੱਟ ਪੈਸੇ ਲੈਣ ਦੀ ਬੜੀ ਜਿੱਦ ਕੀਤੀ। ਪਰ ਉਹ ਜਿਹੜੇ 4 ਸੀ ਉਹ ਜ਼ਿਆਦਾ ਪੈਸਾ ਦੇਣ ਅਤੇ ਭਾਈ ਨਰੈਣ ਦਾਸ ਜੀ ਘੱਟ ਪੈਸੇ ਲੈਣ। ਇਸ ਗੱਲ ਦਾ ਰੌਲਾ ਪੈ ਗਿਆ, ਕਈ ਲੋਕ ਵੀ ਇਕੱਠੇ ਹੋ ਗਏ ਅਤੇ ਜਦ ਲੋਕਾਂ ਨੇ ਇਹ ਝਗੜਾ ਦੇਖਿਆ ਤਾਂ ਸਾਰੇ ਹੈਰਾਨ ਹੋ ਗਏ ਕਿ ਦੇਖੋ ਸਵਾਰੀਆਂ ਵੱਧ ਪੈਸੇ ਦਿੰਦੀਆਂ ਪਰ ਭਾਈ ਨਰੈਣ ਦਾਸ ਜਿਹੜੇ ਆ ਥੋੜ੍ਹੇ ਪੈਸੇ ਲੈਣੇ ਚਾਹੁੰਦੇ, ਇਸ ਗੱਲ ਦਾ ਝਗੜਾ ਹੈਗਾ। ਸਾਰੇ ਹੈਰਾਨ ਹੋ ਗਏ ਕਿ ਵਾਕਿਆ ਹੀ ਵੀ ਭਗਤ ਤਾਂ ਸੁਣਿਆ ਪਰ ਅੱਜ ਭਗਤ ਸੁਣਿਆ ਭਾਈ ਨਰੈਣ ਦਾਸ ਵਰਗਾ। ਖੈਰ ਉਹਨਾਂ 4 ਗੁਰਸਿੱਖਾਂ ਨੇ ਫਿਰ ਭਾਈ ਨਰੈਣ ਦਾਸ ਜੀ ਨੂੰ ਜਿਹੜਾ ਸੀਗਾ ਉਹ ਮੁਸਕਰਾ ਕੇ ਘੱਟ ਪੈਸੇ ਦੇ ਦਿੱਤੇ ਅਤੇ ਭਾਈ ਨਰੈਣ ਦਾਸ ਜਿਹੜੇ ਸੀ ਪੈਸੇ ਲੈ ਕੇ ਘਰ ਆ ਗਏ। ਤਾਂ ਫਿਰ ਇੱਕ ਜ਼ਿਮੀਂਦਾਰ ਜਿਸ ਦਾ ਕੰਮ ਜਿਹੜਾ ਸੀਗਾ ਬੜਾ ਇਮਾਨਦਾਰੀ ਦਾ ਸੁਣਿਆ ਸੀਗਾ ਉਹਦੇ ਪਾਸ ਜਦ ਕਣਕ ਲੈਣ ਗਏ ਆ ਅਤੇ ਉਸ ਜ਼ਿਮੀਂਦਾਰ ਨੇ ਫਿਰ ਆਪਣੀ ਕਣਕ ਦਾ ਦੂਸਰੀਆਂ ਕਣਕਾਂ ਨਾਲੋਂ ਵੱਧ ਮੁੱਲ ਦੱਸਿਆ। ਜਦ ਵੱਧ ਮੁੱਲ ਦੱਸਿਆ ਤਾਂ ਭਾਈ ਨਰੈਣ ਦਾਸ ਜੀ ਦੇ ਮਨ 'ਚ ਆਈ ਕਿ ਇਹ ਜ਼ਿਮੀਂਦਾਰ ਬੜਾ ਇਮਾਨਦਾਰ ਸੁਣੀਦਾ ਹੈਗਾ, ਬੜੀ ਸੁੱਚੀ ਕਿਰਤ ਵਾਲਾ, ਪਰ ਇਹ ਕਣਕ ਦਾ ਮੁੱਲ ਜ਼ਿਆਦਾ ਮੰਗਦਾ ਹੈਗਾ। ਜਦ ਇੰਨੀ ਗੱਲ ਹੋਈ ਮਨ ਵਿੱਚ ਵਿਚਾਰ ਆਈ ਵੀ ਇੱਕ ਵਾਰੀ ਮਹਾਂਪੁਰਖਾਂ ਪਾਸੋਂ ਜ਼ਰੂਰ ਜਾ ਕੇ ਪੁੱਛਾਂ। ਇਹ ਭਾਈ ਨਰੈਣ ਦਾਸ ਫਿਰ ਬਾਬਾ ਨੰਦ ਸਿੰਘ ਹੁਣਾਂ ਦੇ ਪਾਸ ਹੈ। ਉਹਨਾਂ ਨੇ ਪੁੱਛਿਆ ਜੀ ਕਿ ਜ਼ਿਮੀਂਦਾਰ ਦਾ ਹੈ ਪਰ ਮੁੱਲ ਵੱਧ ਮੰਗਦਾ ਕਣਕ ਦਾ, ਦੱਸੋ ਕੀ ਕਰੀਏ? ਬਾਬਾ ਨੰਦ ਸਿੰਘ ਹੱਸ ਕੇ ਕਹਿਣ ਲੱਗੇ, ਕਹਿੰਦੇ ਦੇਖ ਭਾਈ ਜਿਸ ਜਗ੍ਹਾ 'ਤੇ ਸੁੱਚੀ ਕਿਰਤ ਹੋਵੇ ਨਾ ਸੁੱਚੀ ਚੀਜ਼ ਦਾ ਮੁੱਲ ਹਮੇਸ਼ਾ ਵੱਧ ਹੀ ਹੁੰਦਾ ਹੈ। ਜਦ ਇੰਨੀ ਗੱਲ ਹੋਈ ਇਸ਼ਾਰਾ ਸਮਝਦੇ ਸਾਰੀ ਭਾਈ ਨਰੈਣ ਭਗਤ ਜਿਹੜੇ ਸੀ ਘਰ ਆਏ, ਉਸ ਜ਼ਿਮੀਂਦਾਰ ਤੋਂ ਕਣਕ ਵੱਧ ਮੁੱਲ 'ਤੇ ਲੈ ਲਈ। ਲੈ ਕੇ ਫਿਰ ਉਹ ਕਣਕ ਧੋਤੀ ਆ, ਫਿਰ ਉਹਦਾ ਆਟਾ ਬਣਾਇਆ ਅਤੇ 1 ਤੋਲਾ ਪ੍ਰਸ਼ਾਦਾ ਜਿੱਦਾਂ ਬਾਬਾ ਨੰਦ ਸਿੰਘ ਹੁਣੀ ਬੰਦਗੀ ਟਾਈਮ ਛਕਦੇ ਹੁੰਦੇ ਸੀ ਉਹ ਪਕਾਉਣਾ ਸ਼ੁਰੂ ਕਰ ਦਿੱਤਾ ਅਤੇ ਲੈ ਕੇ ਜਾਣਾ ਸ਼ੁਰੂ ਕਰਤਾ। ਇਸ ਤਰ੍ਹਾਂ ਜਿਹੜੀ ਸੀ ਸੇਵਾ ਚੱਲਦੀ ਰਹੀ। ਇੱਕ ਦਿਨ ਭਾਈ ਨਰੈਣ ਦਾਸ ਜੀ ਦੇ ਮਨ ਦੇ ਵਿੱਚ ਆਇਆ ਵੀ 1 ਤੋਲੇ ਪ੍ਰਸ਼ਾਦੇ ਨਾਲ ਮਹਾਂਪੁਰਖਾਂ ਦਾ ਕੀ ਬਣਦਾ, ਵੀ ਮੈਂ 1.5 ਤੋਲਾ ਪ੍ਰਸ਼ਾਦਾ ਕਰਦੇ ਹਾਂ। ਉਦਣ ਫਿਰ ਭਾਈ ਨਰੈਣ ਦਾਸ ਜਿਹੜੇ ਸੀ ਨੇ 1 ਤੋਲੇ ਤੋਂ ਪ੍ਰਸ਼ਾਦਾ ਵਧਾ ਕੇ 1.5 ਤੋਲਾ ਜਦ ਪ੍ਰਸ਼ਾਦਾ ਲੈ ਕੇ ਗਏ ਤਾਂ ਬਾਬਾ ਨੰਦ ਸਿੰਘ ਹੁਣਾਂ ਨੇ ਭਾਈ ਨਰੈਣ ਦਾਸ ਜੀ ਨੂੰ ਇਹ ਗੱਲ ਆਖ ਦਿੱਤੀ, ਕਹਿੰਦੇ ਭਾਈ ਵੀ ਤੂੰ ਸਾਨੂੰ ਵੱਧ ਪ੍ਰਸ਼ਾਦਾ ਛਕਾ ਕੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੋਂ ਤੋੜਨਾ ਚਾਹੁੰਦਾ ਹੈਗਾ। ਜਦ ਇਹ ਗੱਲ ਹੋਈ ਤਾਂ ਭਾਈ ਨਰੈਣ ਦਾਸ ਜੀ ਜਿਹੜੇ ਸੀ ਅੰਦਰੋਂ ਡਰ ਗਏ ਅਤੇ ਆਪਣੀ ਗਲਤੀ ਦੀ ਖਿਮਾ ਮੰਗੀ। ਤਾਂ ਮੁੜ ਕੇ ਫਿਰ ਬਾਬਾ ਜੀ ਨੇ ਕਿਹਾ, ਕਹਿੰਦੇ ਦੇਖ ਭਾਈ ਬਚਨ ਜਿਹੜਾ ਹੈਗਾ ਉਹ ਜੋ ਸੁਣ ਲਈਦਾ ਉਸ ਨੂੰ ਹੀ ਨਿਭਾਈਦਾ ਹੈ। ਸਾਨੂੰ 1 ਤੋਲਾ ਪ੍ਰਸ਼ਾਦਾ ਚਾਹੀਦਾ, ਤੂੰ 1 ਤੋਲਾ ਪ੍ਰਸ਼ਾਦਾ ਲੈ ਕੇ ਆਇਆ ਕਰ। ਫਿਰ ਦੇਖੋ ਭਾਈ ਨਰੈਣ ਦਾਸ 7 ਬਚਨ ਗਿਆ, ਫਿਰ 1 ਤੋਲਾ ਪ੍ਰਸ਼ਾਦਾ ਲੈ ਕੇ ਮਹਾਂਪੁਰਖਾਂ ਦੇ ਪਾਸ ਆਉਂਦੇ ਰਹੇ। ਇੱਕ ਦਿਨ ਜਦ ਪ੍ਰਸ਼ਾਦਾ ਲੈ ਕੇ ਆਏ ਤਾਂ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਵੀ ਜਿਹੜੀ ਮੇਰੀ ਘਰ ਵਾਲੀ ਅੱਜ ਸੂਤਕ ਦੇ ਵਿੱਚ ਵਾ ਅਤੇ ਅੱਗੇ ਤਾਂ ਉਹ ਪ੍ਰਸ਼ਾਦਾ ਤਿਆਰ ਕਰਦੀ ਸੀ, ਹੁਣ ਮੈਨੂੰ ਦੱਸੋ ਕਿ ਮੈਂ ਕੀ ਕਰਾਂ? ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਬਹੁਤ ਜ਼ਿਆਦਾ ਭਰਮ 'ਚ ਨਹੀਂ ਪਈਦਾ, ਆਪਣੇ ਘਰ ਵਾਲੇ ਨੂੰ ਕਹਿ ਦੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਕੇ ਪ੍ਰਸ਼ਾਦਾ ਤਿਆਰ ਕਰੇ, ਸਭ ਠੀਕ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਨਰੈਣ ਦਾਸ ਜਿਹੜੇ ਸੀਗੇ ਇਸ ਤਰ੍ਹਾਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਣ ਲੱਗੇ। ਫਿਰ ਇੱਕ ਵਾਰ ਭਾਈ ਨਰੈਣ ਦਾਸ ਜਿਹੜੇ ਸੀਗੇ ਇਹ ਬਾਬਾ ਨੰਦ ਸਿੰਘ ਉਹਨਾਂ ਦੇ ਗੁਰੂ ਭੁੱਚੋ ਵਾਲੇ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਦੇ ਦਰਸ਼ਨ ਕਰਨ ਇੱਥੇ ਭੁੱਚੋ ਆਏ। ਜਦ ਭੁੱਚੋ ਆਏ ਤਾਂ ਇਸ ਦੀ ਮਰਜ਼ਾਦਾ ਦੇਖ ਕੇ ਜਿਹੜੇ ਸੀ ਉਹ ਬੜੇ ਦੰਗ ਹੋ ਗਏ, ਬੜੇ ਹੈਰਾਨ ਵੀ ਹੋਏ।
ਪਰ ਮਨ 'ਚ ਇਹ ਸੋਚਣ ਵੀ ਕਿੱਥੇ ਬਾਬਾ ਨਾਨਕ ਸੋਹਣੀ ਆ, ਕਿੱਥੇ ਭੁੱਚੋ ਵਾਲੇ ਮਹਾਂਪੁਰਖ ਹੈਗੇ ਆ, ਦੋਨਾਂ ਦਾ ਕਿੱਡਾ ਭਾਰਾ ਫਰਕ ਹੈਗਾ। ਪਰ ਫਿਰ ਵੀ ਬਾਬਾ ਨਾਨਕ ਸੋਹਣੀ ਜਿਹੜੇ ਆ ਭੁੱਚੋ ਵਾਲਿਆਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਆ ਅਤੇ ਉਹਨਾਂ ਤੋਂ ਬਗੈਰ ਇੱਕ ਲਫ਼ਜ਼ ਵੀ ਨਹੀਂ ਬੋਲਦੇ। ਇਹ ਜਿਹੜੀਆਂ ਵਿਚਾਰਾਂ ਸੀਗੀਆਂ ਜਦੋਂ ਭਾਈ ਨਰੈਣ ਦਾਸ ਜੀ ਦੇ ਮਨ 'ਚ ਆਈਆਂ, ਫਿਰ ਬਾਬਾ ਮਾਹਰ ਨਾਮ ਸੋਹਣੇ ਦੱਸਿਆ ਸੀ, ਕਹਿੰਦੇ ਭਾਈ ਜਿਹੜੇ ਕਲੇਰਾਂ ਵਾਲੇ ਨਾਨਕਸਰ ਵਾਲੇ ਸੰਤ ਵਾ ਨਾ, ਕਹਿੰਦੇ ਇਹ ਸੰਤ ਜਿਹੜੇ ਆ ਬਹੁਤ ਪਹੁੰਚੇ ਹੋਏ ਸੰਤ ਹੈਗੇ ਆ, ਇਹ ਸਾਰਿਆਂ ਤੋਂ ਉੱਪਰ ਹੋ ਗਏ ਆ। ਜਦ ਇਹ ਗੱਲ ਭਾਈ ਨਰੈਣ ਦਾਸ ਉਹਨਾਂ ਨੂੰ ਭੁੱਚੋ ਵਾਲੇ ਮਹਾਂਪੁਰਖਾਂ ਨੇ ਦੱਸੀ, ਫਿਰ ਭਾਈ ਨਰੈਣ ਦਾਸ ਜੀ ਨੇ ਇੱਕ ਪ੍ਰਸ਼ਨ ਭੁੱਚੋ ਵਾਲੇ ਮਹਾਂਪੁਰਖਾਂ ਨੂੰ ਕੀਤਾ। ਕਹਿਣ ਲੱਗੇ, ਕਹਿੰਦੇ ਮਹਾਂਪੁਰਖ ਸਾਨੂੰ ਇਹ ਦੱਸੋ ਕਿ ਬਾਬਾ ਨਾਨਕ ਸੋਹਣੀ ਤੁਹਾਡੇ ਨਾਲ ਕਿੰਨੇ ਸਮੇਂ ਤੋਂ ਰਹਿ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਮਾਹਰ ਨਾਮ ਸੋਹਣੇ ਹੱਸ ਕੇ ਕਹਿਣ ਲੱਗੇ, ਕਹਿੰਦੇ ਵੀ ਬਈ ਉਹ ਤਾਂ ਸਾਡੇ ਤੋਂ ਪਿਛਲੇ ਯੁੱਗਾਂ ਤੋਂ ਰਹਿ ਰਹੇ ਆ। ਫਿਰ ਉਹ ਕਹਿਣ ਲੱਗੇ ਵੀ ਕਿਸੇ ਯੁੱਗ ਬਾਰੇ ਤੁਹਾਨੂੰ ਕੁਛ ਪਤਾ ਹੈ? ਬਾਬਾ ਜੀ ਕਹਿਣ ਲੱਗੇ, ਕਹਿੰਦੇ ਹਾਂ, ਤ੍ਰੇਤੇ ਯੁੱਗ ਦੇ ਵਿੱਚ ਬਾਬਾ ਨਾਨਕ ਸੋਹਣ ਜਿਹੜੇ ਸੀਗੇ ਉਹ ਭਾਰਤ ਦਾ ਰੂਪ ਸੀ ਅਤੇ ਅਸੀਂ ਭਗਵਾਨ ਰਾਮ ਚੰਦਰ ਦੇ ਰੂਪ ਦੇ ਵਿੱਚ ਸੀਗੇ। ਉਹਨਾਂ ਟਾਈਮਾਂ ਦੇ ਵਿੱਚ ਫਿਰ ਕਹਿੰਦੇ ਵੀ ਇਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਸੀਗੀ ਅਤੇ ਭੁੰਜੇ ਬੈਠ ਕੇ ਸੇਵਾ ਕੀਤੀ, ਅਤੇ ਅੱਜ ਵੀ ਜਦੋਂ ਅਸੀਂ ਜਾਈਏ ਹਮੇਸ਼ਾ ਟੋਆ ਪੱਟ ਕੇ ਸਾਡੇ ਸਾਹਮਣੇ ਬਹਿ ਜਾਂਦੇ ਆ। ਜਦ ਇਹ ਆਦਿਕ ਵਚਨ ਕੀਤੇ ਸੀ ਤਾਂ ਫਿਰ ਭਾਈ ਨਰੈਣ ਦਾਸ ਜਿਹੜੇ ਸੀਗੇ ਇਹ ਬੜੇ ਹੈਰਾਨ ਹੋ ਗਏ ਸੀਗੇ। ਉਸ ਤੋਂ ਬਾਅਦ ਦੇਖੋ 1943 ਦੇ ਵਿੱਚ ਜਦੋਂ ਬਾਬਾ ਨਾਨਕ ਸੋਹਣੀ ਜਦੋਂ ਦੇਹਰਾਦੂਨ ਆਏ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਇਸ ਭਾਈ ਨਰੈਣ ਦਾਸ ਹੋਣਾ ਨੇ ਉਹਨਾਂ ਟਾਈਮਾਂ ਦੇ ਵਿੱਚ ਪਹਿਲੀ ਵਾਰ ਬੱਸ ਜਿਹੜੀ ਸੀਗੀ ਉਹ ਸਵਾਰੀਆਂ ਵਾਲੀ ਤਾਂਗੇ ਤੋਂ ਲੈ ਲਈ ਸੀਗੀ, ਜਾਂ ਤਾਂ ਇਹਨਾਂ ਦੇ ਪਰਿਵਾਰ ਨੇ ਬੱਸ ਲਈ ਸੀ। ਅਤੇ ਇਹਨਾਂ ਨੇ ਇਸ ਬੱਸ ਦਾ ਜਿਹੜਾ ਜ਼ਿਕਰ ਸੀਗਾ ਬਾਬਾ ਨਾਨਕ ਸੋਹਣਾ ਨੇ ਕੀਤਾ ਕਿ ਮਹਾਂਪੁਰਖ ਅਸੀਂ ਬੱਸ ਲੈ ਲਈ ਆ, ਇਸ ਕਰਕੇ ਤੁਸੀਂ ਹੈ ਨਾ ਇਸ ਬੱਸ ਦੇ ਵਿੱਚ ਆਪਣੇ ਚਰਨ ਪਾ ਕੇ ਇਸ ਨੂੰ ਪਵਿੱਤਰ ਕਰੋ। ਪਰ ਇੰਨੀ ਗੱਲ ਹੋਈ ਸੀ, ਫਿਰ ਬਾਬਾ ਨਾਨਕ ਸੋਹਣੇ ਨੇ ਕਿਹਾ ਸੀ, ਕਹਿੰਦੇ ਭਾਈ ਵੀ ਇਸ ਪੂਰਨਮਾਸ਼ੀ 'ਤੇ ਅਸੀਂ ਅੰਮ੍ਰਿਤ ਛਕਾਉਣਾ ਹੈਗਾ, ਤੁਸੀਂ ਆਪਣੀ ਬੱਸ ਦੇ ਵਿੱਚ ਜਿੰਨੀ ਵੀ ਸੰਗਤ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਲੀ ਆ ਇਹ ਭਰ ਕੇ ਲੈ ਕੇ ਆਓ, ਅਤੇ ਅਸੀਂ ਅੰਮ੍ਰਿਤ ਛਕਾ ਕੇ ਸਭ ਨੂੰ ਹੈ ਨਾ ਬਾਬੇ ਨਾਨਕ ਦੇ ਲੜ ਲਾ ਦਈਏ, ਗੁਰੂ ਦੇ ਜਹਾਜ਼ੇ ਚਾੜੀਏ। ਫਿਰ ਜਦ ਇਹ ਭਜਨ ਬਾਬਾ ਨਾਨਕ ਸੋਹਣੇ ਨੇ ਕੀਤਾ ਸੀਗਾ, ਫਿਰ ਭਾਈ ਨਰੈਣ ਦਾਸ ਜਿਹੜੇ ਸੀਗੇ ਇਹ ਬਹੁਤ ਸੰਗਤ ਦੀ ਬੱਸ ਭਰ ਕੇ ਲੈ ਕੇ ਆਏ ਸੀ। ਇਹਨਾਂ ਨੇ ਆਪ ਵੀ ਪਰਿਵਾਰ ਸਹਿਤ ਅੰਮ੍ਰਿਤ ਛਕਿਆ ਸੀਗਾ ਅਤੇ ਬਾਕੀ ਸੰਗਤਾਂ ਨੂੰ ਵੀ ਛਕਾਇਆ ਸੀਗਾ। ਸੋ ਇੱਕ ਵਾਰ ਹੈ ਨਾ ਮਹਾਂਪੁਰਖ ਬਾਬਾ ਮਾਹਰ ਨਾਮ ਸੋਹਣੇ ਦੇ ਦਰਸ਼ਨਾਂ ਵਾਸਤੇ ਕੁਛ ਸਾਧੂ ਉਸ ਟਿੱਲੇ ਦੇ ਉੱਤੇ ਪਹੁੰਚੇ ਆ। ਜਦ ਪਹੁੰਚੇ ਆ ਅਤੇ ਅਚਨਚੇਤ ਬਾਬਾ ਨਾਨਕ ਸੋਹਣੀ ਵੀ ਉਸ ਟਿੱਲੇ 'ਤੇ ਆ ਗਏ, ਅਤੇ ਸਾਧੂਆਂ ਸਮੇਤ ਉਸ ਟਿੱਲੇ ਦੇ ਉੱਤੇ ਹੈ ਨਾ ਬਾਬਾ ਨਾਨਕ ਸੋਹਣੇ ਦੇ ਦਰਸ਼ਨਾਂ ਸਮੇਤ ਸ਼ਾਮਲ ਹੋਏ। ਇੱਥੇ ਆ ਕੇ ਨਾ ਫਿਰ ਬਾਬਾ ਨਾਨਕ ਸੋਹਣਾ ਨੇ ਬਾਬਾ ਮਾਹਰ ਨਾਮ ਸੋਹਣਾ ਨੂੰ ਜਦ ਬੜੀ ਸ਼ਰਧਾ ਨਾਲ ਮੱਥਾ ਟੇਕਿਆ, ਉਹ ਨਾਲ ਦੇ ਸਾਧੂ ਹੈਰਾਨ ਹੋਏ ਕਿ ਬਾਬਾ ਨਾਨਕ ਸੋਹਣਾ ਦੀ ਅਸੀਂ ਬੜੀ ਚੜ੍ਹਦੀ ਕਲਾ ਸੁਣੀ ਆ, ਬੜੀਆਂ ਸੰਗਤਾਂ ਦਾ ਇਕੱਠ ਹੈਗਾ, ਪਰ ਇੱਥੇ ਇਹਨਾਂ ਦਾ ਇੰਨਾ ਸਤਿਕਾਰ ਬਾਬਾ ਮਾਹਰ ਨਾਮ ਸੋਹਣਾ ਦਾ ਕਰਦੇ ਆ। ਅਤੇ ਇਹ ਦੇਖ ਕੇ ਨਾ ਬੜੇ ਹੈਰਾਨ ਹੋਏ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਮਾਹਰ ਨਾਮ ਸੋਹਣਾ ਨੇ ਜਿੰਨੇ ਵੀ ਸਾਧੂ ਸੀ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਇਹ ਆਖਿਆ, ਕਹਿੰਦੇ ਭਾਈ ਇਹ ਸਾਨੂੰ ਤੁਸੀਂ ਦੱਸੋ ਕਿ ਤੁਸੀਂ ਜਿੰਨੇ ਵੀ ਸਾਧੂ ਅੱਜ ਸਾਡੇ ਪਾਸ ਆਏ ਆ ਤਾਂ ਆਪੋ ਆਪਣੀ ਉਮਰ ਦਾ ਤਜਰਬਾ ਦੱਸੋ ਕਿ ਤੁਹਾਨੂੰ ਇਸ ਅਧਿਆਤਮਿਕ ਮਾਰਗ ਦੇ ਵਿੱਚ ਚੱਲਦਿਆਂ ਕਿੰਨੇ ਸਾਲ ਹੋ ਗਏ। ਸੋ ਸਾਰੇ ਸਾਧੂਆਂ ਨੇ ਆਪੋ ਆਪਣਾ ਜਿਹੜਾ ਸੀ ਦੱਸਿਆ, ਕਿਸੇ ਨੇ ਕਿਹਾ ਮੈਨੂੰ 2 ਸਾਲ ਹੋ ਗਏ, ਕਿਸੇ ਨੇ ਕਿਹਾ 5, ਕਿਸੇ ਨੇ 8। ਇਸ ਤਰ੍ਹਾਂ ਕਰਦੇ ਕਰਦੇ ਜਦ ਸਾਰਿਆਂ ਨੇ ਆਪਣੇ ਸਾਲ ਦੱਸੇ ਅਤੇ ਫਿਰ ਬਾਬਾ ਮਾਹਰ ਨਾਮ ਸੋਹਣਾ ਨੇ ਆਪਣੇ ਮੁਨਸ਼ੀ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਨਾ ਸਾਰਿਆਂ ਦਾ ਜੋੜ ਕਰ ਕਿੰਨੇ ਬਣਦੇ। ਜਦ ਮੁਨਸ਼ੀ ਨੇ ਸਾਰੇ ਸਾਧੂਆਂ ਦਾ ਨਾਮ ਜਪਣ ਦੇ ਸਾਲਾਂ ਦਾ ਜੋੜ ਲਾਇਆ ਤਾਂ ਉਹ ਬਣਿਆ 30 ਸਾਲ। ਜਦ 30 ਸਾਲ ਬਣਿਆ ਤਾਂ ਫਿਰ ਬਾਬਾ ਮਾਹਰ ਨਾਮ ਸੋਹਣੇ ਨੇ ਸਾਰੇ ਸਾਧੂ ਨੂੰ ਸੰਬੋਧਨ ਕਰਕੇ ਕਿਹਾ, ਕਹਿੰਦੇ ਵੀ ਤੁਹਾਡੇ ਇਸ ਅਧਿਆਤਮਿਕ ਮਾਰਗ ਦੇ ਵਿੱਚ ਚੱਲਦਿਆਂ 30 ਸਾਲ ਹੋ ਗਏ, ਤੁਸੀਂ ਦੱਸੋ ਵੀ ਤੁਹਾਡੇ ਜਿਹੜੇ ਸ਼ੰਕੇ ਆ ਨਿਵਰਤ ਹੋਏ ਕਿ ਨਹੀਂ ਹੋਏ। ਜਦ ਇੰਨੀ ਗੱਲ ਹੋਈ ਤਾਂ ਕੋਈ ਵੀ ਮਹਾਂਪੁਰਖ ਜਵਾਬ ਨਹੀਂ ਦੇ ਸਕਿਆ। ਫਿਰ ਮਹਾਂਪੁਰਖਾਂ ਨੇ ਬਾਬਾ ਨਾਨਕ ਸੋਹਣੇ ਵੱਲ ਇਸ਼ਾਰਾ ਕਰਕੇ ਆਖਿਆ, ਕਹਿੰਦੇ ਭਾਈ ਦੇਖੋ ਅਸੀਂ ਪ੍ਰਸ਼ਨ ਪੁੱਛਦੇ ਹਾਂ ਅਤੇ ਤੁਸੀਂ ਸਾਨੂੰ ਇਸ ਪ੍ਰਸ਼ਨ ਦਾ ਜਵਾਬ ਦਿਓ। ਜਦੋਂ ਬਾਬਾ ਮਾਹਰ ਨਾਮ ਸੋਹਣੇ ਪ੍ਰਸ਼ਨ ਕਰਦੇ ਸੀ ਸਾਰੇ ਸਾਧੂ ਜਿਹੜੇ ਸੀ ਚੁੱਪ ਕਰ ਜਾਂਦੇ ਸੀ, ਉਹਨਾਂ ਨੂੰ ਪ੍ਰਸ਼ਨ ਦਾ ਉੱਤਰ ਨਹੀਂ ਸੀ ਆਉਂਦਾ, ਪਰ ਬਾਬਾ ਨਾਨਕ ਸੋਹਣੇ ਉਸ ਦਾ ਉੱਤਰ ਬੜੇ ਸਹਿਜ ਦੇ ਵਿੱਚ ਦਿੰਦੇ ਸੀਗੇ। ਇਸ ਤਰ੍ਹਾਂ ਜਦ ਸਾਰੇ ਸਵਾਲਾਂ ਦੇ ਜਵਾਬਾਂ ਦੇ ਕੇਵਲ ਅਤੇ ਕੇਵਲ ਉੱਤਰ ਬਾਬਾ ਨਾਨਕ ਸੋਹਣੇ ਦਿੱਤੇ, ਸਾਰੇ ਸਾਧੂ ਬੜੇ ਅਚਰਜ ਹੋਏ। ਅਤੇ ਫਿਰ ਬਾਬਾ ਮਾਹਰ ਨਾਮ ਸੋਹਣੇ ਸਾਧੂ ਨੂੰ ਹੱਸ ਕੇ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਸਾਧ ਹੋਵੇ ਤਾਂ ਫਿਰ ਇਸ ਤਰ੍ਹਾਂ ਦਾ ਹੋਵੇ ਬਾਬਾ ਨਾਨਕ ਸੋਹਣੇ ਵਰਗਾ, ਜਿਨ੍ਹਾਂ ਦੇ ਅੰਦਰ ਸ਼ੰਕਾ ਕੋਈ ਨਹੀਂ, ਸਵਾਲ ਹੀ ਕੋਈ ਨਹੀਂ। ਦੇਖੋ ਕੋਈ ਵੀ ਆਦਮੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਕਰੇ, ਸਾਰਿਆਂ ਦੇ ਸ਼ੰਕੇ ਜਿਹੜੇ ਆ ਬਾਬਾ ਨਾਨਕ ਸੋਹਣੇ ਸਹਿਜ ਦੇ ਵਿੱਚ ਪੂਰਾ ਕਰ ਦਿੰਦੇ ਆ। ਸੋ ਜਦ ਇਹ ਜਿਹੜੀ ਮਹਿਮਾ ਦੱਸੀ ਆ, ਉਸ ਤੋਂ ਬਾਅਦ ਸਾਰੇ ਸਾਧੂਆਂ ਨੇ ਬਾਬਾ ਮਾਹਰ ਨਾਮ ਸੋਹਣਾ ਦੇ ਚਰਨਾਂ 'ਚ ਹੱਥ ਲਾਇਆ। ਫਿਰ ਬਾਬਾ ਜੀ ਨੇ ਕਿਹਾ, ਕਹਿੰਦੇ ਵੀ ਭਾਈ ਲੰਗਰ ਤਿਆਰ ਵਾ, ਤੁਸੀਂ ਜਾ ਕੇ ਲੰਗਰ ਛਕ ਲਓ। ਜਦੋਂ ਸਾਰੇ ਸਾਧੂ ਜਿਹੜੇ ਸੀ ਲੰਗਰ ਛਕਣ ਗਏ ਤਾਂ ਉਹਨਾਂ ਨੇ ਕੀ ਦੇਖਿਆ, ਲੰਗਰ ਦੇ ਵਿੱਚ ਮੂੰਗੀ ਦੀ ਦਾਲ ਬਣੀ ਸੀ ਅਤੇ ਜਿਹੜੇ ਪ੍ਰਸ਼ਾਦੇ ਸੀਗੇ ਉਹ ਵੀ ਅਨਚੋਪੜੇ ਸੀ। ਇਹ ਦੇਖ ਕੇ ਸਾਧੂਆਂ ਦੇ ਮਨ ਦੇ ਵਿੱਚ ਇੱਕ ਵਿਚਾਰ ਆ ਗਈ ਕਿ ਇੱਕ ਤਾਂ ਦਾਲ ਮੂੰਗੀ ਦੀ ਹੈ, ਦੂਸਰੇ ਪ੍ਰਸ਼ਾਦੇ ਵੀ ਬਿਨਾਂ ਘੇ ਤੋਂ ਹੈਗੇ ਆ,
ਤੇ ਸਾਨੂੰ ਭੁੱਖ ਬੜੀ ਲੱਗੀ ਆ, ਪਰ ਮਹਾਂਪੁਰਖਾਂ ਨੇ ਦੇਖੋ ਸਾਡੀ ਸੇਵਾ ਕਿਸ ਤਰ੍ਹਾਂ ਦੀ ਕੀਤੀ, ਕਿਸ ਤਰ੍ਹਾਂ ਦੇ ਪ੍ਰਸ਼ਾਦੇ ਸਾਡੇ ਸਾਹਮਣੇ ਰੱਖੇ। ਪਰ ਉਹ ਕਹਿਣ ਤੋਂ ਬਗੈਰ ਇੱਕ ਦੂਜੇ ਨੂੰ ਦੇਖ ਕੇ ਚੁੱਪ ਕਰ ਗਏ। ਪਰ ਜਿਉਂ ਹੀ ਉਹਨਾਂ ਨੇ ਪਹਿਲੀ ਬੁਰਕੀ ਤੋੜ ਕੇ ਮੂੰਗੀ ਦੀ ਦਾਲ ਨਾਲ ਲਾਈ, ਤੇ ਜਦ ਉਹ ਜਿਹੜੀ ਸੀਗੀ ਬੁਰਕੀ ਆਪਣੇ ਰਸਨਾਂ 'ਤੇ ਰੱਖੀ, ਤੇ ਉਸ ਬੁਰਕੀ ਦੇ ਵਿੱਚੋਂ ਐਸਾ ਅੰਮ੍ਰਿਤ ਰਸ ਆਇਆ ਹਨ, ਸਾਰੇ ਸਾਧੂ ਇੱਕ ਦੂਜੇ ਵੱਲ ਬਿਟ-ਬਿਟ ਕਰਕੇ ਦੇਖਣ ਲੱਗ ਪਏ। ਸੋ ਜਿੰਨੇ ਵੀ ਪ੍ਰਸ਼ਾਦੇ ਉਹਨੇ ਛਕਿਆ, ਉਨੀ ਭੁੱਖ ਵਧੀ ਜਾਵੇ, ਉਹਨਾਂ ਰਸ ਵਧੀ ਜਾਵੇ। ਸਾਰੇ ਸਾਧੂ ਜਿਹੜੇ ਸੀਗੇ ਬੜੇ ਦੇਖ ਕੇ ਅਚਰਜ ਹੋਏ ਕਿ ਇੱਕ ਮੂੰਗੀ ਦੀ ਦਾਲ ਜਿਹੜੀ ਬਿਨਾਂ ਚੋਪੜੀ ਹੈਗੀ ਆ, ਉਸ ਦਾ ਸਵਾਦ ਅੱਜ ਤੱਕ ਅਸੀਂ ਨਹੀਂ ਚੱਖਿਆ ਜਿੰਨਾ ਜਿਹੜਾ ਸਵਾਦ ਹੈ ਇਸ ਲੰਗਰ ਦੇ ਵਿੱਚ ਆਇਆ ਸੀਗਾ। ਉਸ ਤੋਂ ਬਾਅਦ ਦੇਖੋ ਉਹ ਸਾਧੂ ਜਿਹੜੇ ਸੀਗੇ ਉਹ ਤਾਂ ਮਹਾਂਪੁਰਖਾਂ ਦੀ ਪ੍ਰਸ਼ੰਸਾ ਕਰਦੇ ਹੋਏ ਉੱਥੋਂ ਚਲੇ ਗਏ। ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਬਾਬਾ ਮਾਨ ਨਾਮ ਸਿੰਘ ਦੇ ਚਰਨਾਂ 'ਚ ਮੱਥਾ ਟੇਕਿਆ, ਟੇਕ ਕੇ ਜਿਹੜਾ ਸੀਗਾ ਭਜਨ ਕੀਤਾ। ਕਹਿੰਦੇ ਮਹਾਂਪੁਰਖੋ ਸਾਡਾ ਚਿੱਤ ਕਰਦਾ ਕਿ ਅਸੀਂ ਤੁਹਾਡੀ ਸੇਵਾ ਦੇ ਵਿੱਚ ਸਦਾ ਹਾਜ਼ਰ ਰਹੀਏ। ਜਦ ਇੰਨੀ ਗੱਲ ਹੋਈ, ਫਿਰ ਬਾਬਾ ਮਾਹਰ ਨਾਮ ਸਿੰਘ ਨੇ ਕਿਹਾ ਸੀ, ਕਹਿੰਦੇ ਵੀ ਨੰਦ ਸਿਆਂ ਤੂੰ ਤਾਂ ਸਦਾ ਹੀ ਸਾਡੇ ਅੰਗ ਸੰਗ ਹੈਗਾ, ਤੇਰੇ ਪਾਸ ਕਿਸੇ ਚੀਜ਼ ਦਾ ਕੋਈ ਘਾਟ ਨਹੀਂ ਹੈਗਾ। ਇਸ ਕਰਕੇ ਤੁਸੀਂ ਜਿਸ ਜਗ੍ਹਾ ਸੇਵਾ ਕਰਦੇ ਹਾਂ ਉਹ ਸੇਵਾ ਜਿਹੜੀ ਉਹ ਸਾਡੀ ਹੀ ਸੇਵਾ ਹੈਗੀ ਜਿਹੜੀ ਤੁਸੀਂ ਸੰਗਤ ਦੀ ਕਰਦੇ ਆ। ਇਤ ਆਤਿਕ ਬਚਨ ਦੇ ਕੇ ਬਾਬਾ ਨੰਦ ਸਿੰਘ ਹੁਣਾਂ ਨੂੰ ਜਿਹੜਾ ਸੀਗਾ ਫਿਰ ਲਹਿਰੇ ਖਾਨੇ ਬਾਬਾ ਮਾਹਰ ਨਾਮ ਸਿੰਘ ਨੇ ਭੇਜ ਦਿੱਤਾ ਸੀਗਾ, ਅਤੇ ਕਿਹਾ ਸੀਗਾ ਕਿ ਲਹਿਰੇ ਖਾਨੇ ਜਾ ਕੇ ਇੱਕ ਉੱਥੇ ਸਹਿਜ ਪਾਠ ਜਿਹੜਾ ਹੈਗਾ ਤੁਸੀਂ ਵਿਧੀ ਪੂਰਵਕ ਮਰਜ਼ਾਦਾ ਨਾ ਕਰੋ। ਫਿਰ ਇੱਕ ਪਾਠ ਜਿਹੜਾ ਸੀਗਾ ਬਾਬਾ ਨੰਦ ਸਿੰਘ ਨੇ ਇੱਥੇ ਲਹਿਰੇ ਖਾਨੇ ਕੀਤਾ ਸੀਗਾ। ਸੋ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਬਾਬਾ ਮਾਹਰ ਨਾਮ ਸਿੰਘ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਪਾਣੀ ਦੀ ਬੜੀ ਘਾਟ ਸੀ, ਪਰ ਸੰਗਤ ਜਿਹੜੀ ਪਾਣੀ ਲਿਆਉਂਦੀ ਸੀਗੇ ਉੱਥੇ ਪਾਣੀ ਇੱਕ ਮੰਦਿਰ ਦੇ ਵਿੱਚ ਖੂਹੀ ਹੁੰਦੀ ਸੀ, ਉੱਥੋਂ ਭਰ ਕੇ ਲਿਆਇਆ ਜਾਂਦਾ ਸੀਗਾ। ਪਰ ਕਿਉਂਕਿ ਮੰਦਿਰ ਥੋੜ੍ਹਾ ਦੂਰ ਸੀਗਾ, ਇਸ ਕਰਕੇ ਇੱਕ ਦਿਨ ਸਾਰੀ ਸੰਗਤ ਨੇ ਸਲਾਹ ਕੀਤੀ ਕਿ ਬਾਬਾ ਮਾਹਰ ਨਾਮ ਸਿੰਘ ਨੂੰ ਕਹੀਏ ਕਿ ਆਪ ਜੀ ਦੇ ਪਾਸ ਬੜੇ ਬੜੇ ਅਮੀਰ ਸੇਵਕ ਆਪ ਜੀ ਦੇ ਪਾਸ ਆਉਂਦੇ ਆਪਣੇ ਮਸਲੇ ਲੈ ਕੇ, ਕਿਉਂ ਨਾ ਕਿਸੇ ਸੇਵਕ ਤੋਂ ਉਹ ਬੜੀ ਸੇਵਾ ਦੀ ਮੰਗ ਕਰਦੇ ਅਤੇ ਇੱਕ ਖੂਹੀ ਇਸੇ ਡੇਰੇ ਦੇ ਵਿੱਚ ਲਵਾਈ ਜਾਵੇ। ਇਹ ਵਿਚਾਰ ਕਰਕੇ ਸੰਗਤ ਨੇ ਬਾਬਾ ਮਾਹਰ ਨਾਮ ਸਿੰਘ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ। ਜਦ ਬੇਨਤੀ ਕੀਤੀ, ਉਹਨਾਂ ਦੀ ਬੇਨਤੀ ਸੁਣ ਕੇ ਤਾਂ ਫਿਰ ਬਾਬਾ ਮਾਹਰ ਨਾਮ ਸਿੰਘ ਨੇ ਕਿਹਾ, ਕਹਿੰਦੇ ਵੀ ਜੇ ਮੰਦਿਰ ਦੀ ਖੂਹੀ ਦੂਰ ਪੈਂਦੀ ਹੈ ਇੱਕ ਵਿਚਕਾਰ ਲਈ ਹੋਰ ਖੂਹੀ ਆ, ਉਹ ਤੋਂ ਪਾਣੀ ਭਰ ਲਿਆ ਕਰੋ। ਇਹ ਬਚਨ ਜਦ ਸੰਗਤ ਨੇ ਸੁਣਿਆ ਸੀਗਾ, ਫਿਰ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਸਾਰਿਆਂ ਦੇ ਮਨ ਦੇ ਵਿੱਚ ਇਹ ਤੌਖਲਾ ਬਣ ਗਿਆ ਕਿ ਅਗਰ ਅਸੀਂ ਗਾਂਹ ਬਚਨ ਕਰਾਂਗੇ ਕਿਤੇ ਮਹਾਂਪੁਰਖ ਜਿਹੜਾ ਇਹ ਵੀ ਬਚਨ ਵਾਪਸ ਲੈ ਕੇ ਕਿਸੇ ਹੋਰ ਦੂਰ ਦਰਾਡੇ ਖੂਹੀ ਦੇ ਉੱਤੇ ਨਾ ਭੇਜ ਦੇਣ। ਇਹ ਸੋਚ ਕੇ ਫਿਰ ਸੰਗਤ ਜਿਹੜੀ ਸੀਗੀ ਇਹ ਵਿਚਕਾਰਲੀ ਖੂਹੀ ਤੋਂ ਪਾਣੀ ਜਿਹੜੀ ਸੀਗੀ ਉਹ ਭਰ ਕੇ ਤੇ ਫਿਰ ਸੰਗਤ ਵਾਸਤੇ ਵਰਤਾਉਣ ਲੱਗ ਪਈ ਸੀ। ਇਸ ਤਰ੍ਹਾਂ ਇੱਕ ਗੰਗਾ ਸਿੰਘ ਜੀ ਭਲੇਰੀਆ ਹੋਇਆ। ਇਹ ਜਿਹੜੇ ਗੰਗਾ ਸਿੰਘ ਭਲੇਰੀਆ ਸੀਗੇ, ਇਹਨਾਂ ਦੇ 3 ਲੜਕੇ ਹੋ ਕੇ ਗੁਜ਼ਰ ਚੁੱਕੇ ਸੀ ਅਤੇ ਅੱਗੇ ਵਾਸਤੇ ਔਲਾਦ ਦੀ ਕੋਈ ਆਸ ਨਹੀਂ ਸੀ। ਇੱਕ ਦਿਨ ਇਹ ਗੰਗਾ ਸਿੰਘ ਭਲੇਰੀਆ ਅਤੇ ਇਹਨਾਂ ਦੀ ਘਰਵਾਲੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਏ। ਉੱਥੇ ਟਿੱਲੇ 'ਤੇ ਜਾ ਕੇ ਜਦ ਇਹਨਾਂ ਨੇ ਮੱਥਾ ਟੇਕਿਆ ਤਾਂ ਮਹਾਂਪੁਰਖਾਂ ਨੇ ਨਾਮ ਪਤਾ ਗੋਤ ਸਾਰਾ ਪੁੱਛਿਆ। ਪੁੱਛ ਕੇ ਫਿਰ ਇਹ ਪੁੱਛਿਆ ਵੀ ਤੁਸੀਂ ਦੱਸੋ ਵੀ ਕਿਵੇਂ ਆਏ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਗੰਗਾ ਸਿੰਘ ਭਲੇਰੀਆ ਤਾਂ ਕੁਛ ਨਹੀਂ ਬੋਲਿਆ, ਪਰ ਇਹਦੇ ਘਰੋਂ ਕਹਿਣ ਲੱਗੀ ਜੀ ਮੇਰੇ 3 ਬੱਚੇ ਹੋਏ ਸੀ, ਸਮਾਂ ਪਾ ਕੇ 3 ਦੇ 3 ਪੂਰੇ ਹੋ ਗਏ, ਗਾਂਹ ਕੋਈ ਆਸ ਨਹੀਂ ਹੈ, ਇਸ ਕਰਕੇ ਤੁਸੀਂ ਕਿਰਪਾ ਕਰੋ ਕਿ ਮੇਰੇ ਔਲਾਦ ਹੋ ਜਾਵੇ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਬਾਬਾ ਮਾਹਰ ਨਾਮ ਸਿੰਘ ਦੇ ਰਸਨਾਂ ਦੇ ਵਿੱਚੋਂ ਇਹ ਜਿਹੜੇ ਸੀਗੇ ਉਹ ਸ਼ਬਦ ਨਿਕਲੇ ਸੀ ਕਿ ਕਹਿੰਦੇ ਵੀ ਭਾਈ ਲੜਕਾ ਤਾਂ ਹੋਊਗਾ, ਪਰ ਉਹ ਜਿਹੜਾ ਲੜਕਾ ਹੈ ਉਹਦਾ 3 ਦਿਨ ਬਾਅਦ ਆਪਾਂ ਨੱਕ ਬਹਿੰਦੇ ਦਿਆਂਗੇ। ਜਦ ਇੰਨੀ ਗੱਲ ਹੋਈ ਮਹਾਂਪੁਰਖ ਨੇ ਬਚਨ ਕਰ ਦਿੱਤਾ। ਉਹੀ ਗੱਲ ਹੋਈ, ਜਦ ਕਿਰਪਾ ਹੋਈ 2 ਸਾਲ ਬਾਅਦ ਇਹਨਾਂ ਦੇ ਇੱਕ ਲੜਕਾ ਹੋਇਆ ਅਤੇ ਇਹਨਾਂ ਨੇ ਫਿਰ 3 ਦਿਨ ਬਾਅਦ ਉਹ ਲੜਕੇ ਦਾ ਜਿਹੜਾ ਸੀ ਨੱਕ ਪਰਿਵਾਰ ਨੇ ਬੰਨ੍ਹਿਆ ਸੀ ਮਹਾਂਪੁਰਖਾਂ ਦੇ ਬਚਨਾਂ ਕਰਕੇ, ਉਹਦਾ ਨਾਂ ਨੱਥੂ ਰੱਖਿਆ ਸੀ। ਉਸ ਤੋਂ ਬਾਅਦ ਪਰਿਵਾਰ ਦੇ ਹੋਰ ਵੀ ਲੜਕੇ ਹੋਏ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।